ਹਾਈਕਮਾਨ ਦੇ ਵੱਲੋਂ ਦਿੱਤੇ 18 ਅਨੁਕਾਤੀ ਏਜੰਡੇ ਤੇ ਕੈਪਟਨ ਦਾ ਵੱਡਾ ਬਿਆਨ। ਕਿਹਾ 18 ਅਨੁਕਾਤੀ ਏਜੰਡੇ ਨੂੰ ਲੈ ਕੇ ਸੀ ਕਨਫਿਊਜ਼ਨ। ਮੇਰੀ ਸਰਕਾਰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਕਈ ਨੁਕਤੇ। 93% ਵਾਅਦੇ ਹੋ ਚੁੱਕੇ ਨੇ ਪੂਰੇ। ਸਿਰਸਾ 'ਚ ਵਿਜੇ ਸਾਂਪਲਾ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਪਰਚਾ। ਗਾਦੂਵਾਲ ਨਾਲ ਨਹੀਂ ਹੋ ਸਕੀ ਸਾਂਪਲਾ ਦੀ ਮੁਲਾਕਾਤ। ਸਾਂਪਲਾ ਬੋਲੇ ਕਿਸਾਨਾਂ ਨੇ ਰਾਹ ਰੋਕ ਕੇ ਕੀਤਾ ਅਪਰਾਧ। ਐਸਐਫਜੇ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਹਿਮਾਚਲ 'ਚ ਯੂਏਪੀਏ ਦੇ ਤਹਿਤ ਪਰਚਾ ਦਰਜ। ਸੀਐਮ ਜੈਰਾਮ ਠਾਕੁਰ ਨੂੰ ਆਡੀਓ ਮੈਸੇਜ ਦੇ ਜ਼ਰੀਏ ਦਿੱਤੀ ਸੀ ਧਮਕੀ। ਆਡੀਓ 'ਚ ਤਿਰੰਗਾ ਨਾ ਲਹਿਰਾਉਣ ਦੇ ਲਈ ਧਮਕਾਇਆ ਗਿਆ। ਫਿਰੋਜ਼ਪੁਰ ਦੇ ਵਿੱਚ ਸ਼ੈਵਾਨੀਆਂ ਦੀਆਂ ਹੱਦਾਂ ਪਾਰ। ਇੱਕ ਚਿਕਨ ਕਾਰਨਰ ਵਾਲੇ ਨੇ ਜਿਉਂਦੇ ਕੁੱਤੇ ਨੂੰ ਤੰਦੂਰ ਦੇ ਵਿੱਚ ਸੁੱਟਿਆ। ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ। ਗਰੁੱਪ ਮੈਚ ਦੇ ਵਿੱਚ ਆਇਰਲੈਂਡ ਦੀ ਹਾਰ ਤੋਂ ਬਾਅਦ ਕੁਆਟਰ ਫਾਈਨਲ ਦੇ ਵਿੱਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ। ਫਿਰ ਹੀ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ ਦਿੱਤੀ ਸੀ ਮਾਤ। ਤੇ 105 ਸਾਲ ਦੀ ਦੌੜਾਕ ਮਾਨ ਕੌਰ ਦਾ ਹੋਇਆ ਦੇਹਾਂਤ। ਲੰਬੇ ਸਮੇਂ ਤੋਂ ਸਨ ਕੈਂਸਰ ਦੀ ਬਿਮਾਰੀ ਤੋਂ ਪੀੜਿਤ। ਡੇਰਾਬੱਸੀ ਦੇ ਆਯੁਰਵੇਦ ਹਸਪਤਾਲ ਦੇ ਵਿੱਚ ਲਏ ਆਖਰੀ ਸਾਹ। ਐਤਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਸਟੇਟਮੈਂਟ ਦਿੱਤੀ ਹੈ ਤੇ ਇਹ ਬਿਆਨ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਗਿਆ 18 ਨੁਕਾਤੀ ਏਜੰਡੇ ਨੂੰ ਲੈ ਕੇ। ਜਿਹੜਾ 18 ਸੂਤਰੀ ਏਜੰਡਾ ਜਿਸ ਦਾ ਬਹੁਤ ਜ਼ਿਕਰ ਹੋ ਰਿਹਾ ਉਸ ਨੂੰ ਲੈ ਕੇ ਸੀਐਮ ਨੇ ਇਹ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ 18 ਨੁਕਾਤੀ ਏਜੰਡੇ ਨੂੰ ਲੈ ਕੇ ਪਹਿਲਾਂ ਕਨਫਿਊਜ਼ਨ ਸੀ ਤੇ ਪਹਿਲਾਂ ਹੀ ਲਾਗੂ ਕਰ ਚੁੱਕੇ ਹਨ ਨੁਕਤੇ। 93% ਵਾਅਦੇ ਸਰਕਾਰ ਪੂਰੇ ਕਰ ਚੁੱਕੀ ਹੈ ਜੋ 2017 ਦੇ ਵਿੱਚ ਕੀਤੇ ਗਏ ਸਨ। ਕੈਬਨਿਟ ਦੇ ਵਿੱਚ ਤਤਕਾਲ ਫੇਰ ਬਦਲ ਤੋਂ ਵੀ ਇਨਕਾਰ ਮੁੱਖ ਮੰਤਰੀ ਨੇ ਕਰ ਦਿੱਤਾ ਹੈ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਦਿੱਲੀ ਦੌਰੇ ਦੌਰਾਨ ਹਾਈ ਕਮਾਨ ਦੇ ਨਾਲ ਚਰਚਾ ਹੋਵੇਗੀ। ਤਾਂ 18 ਨੁਕਾਤੀ ਏਜੰਡੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜਾ 18 ਨੁਕਾਤੀ ਦਾ ਜ਼ਿਕਰ ਹੋ ਰਿਹਾ ਹੈ ਤੇ ਉਸ ਨੂੰ ਲੈ ਕੇ ਕਨਫਿਊਜ਼ਨ ਸੀ ਕਿਉਂਕਿ ਉਸ ਦੇ ਵਿੱਚ ਬਹੁਤ ਸਾਰੇ ਪਹਿਲਾਂ ਹੀ ਪੁਆਇੰਟਸ ਸਰਕਾਰ ਲਾਗੂ ਕਰ ਚੁੱਕੀ ਹੈ। ਵਾਅਦਾ ਜੋ ਕੀਤਾ ਗਿਆ ਸੀ 2017 ਦੇ ਵਿੱਚ ਜਾਂ ਕਿ ਜੋ ਵਾਅਦੇ ਕੀਤੇ ਗਏ ਸੀ 2017 ਦੇ ਵਿੱਚ ਉਹ ਵੀ ਮੁੱਖ ਮੰਤਰੀ ਦਾ ਦਾਅਵਾ ਹੈ ਕਿ 93% ਪੂਰੇ ਕਰ ਚੁੱਕੀ ਹੈ ਉਹਨਾਂ ਦੀ ਸਰਕਾਰ। ਰੁਕ ਕਰਦੇ ਹਾਂ ਪੰਕਜ ਕਬਾਈ ਦਾ। ਪੰਕਜ ਸਾਡੇ ਨਾਲ ਨੇ। ਪੰਕਜ, ਕੀ ਕੁਝ ਕਹਿ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ? ਦੇਖੋ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ 18 ਨੁਕਤਿਆਂ ਦਾ ਜ਼ਿਕਰ ਬਾਰ-ਬਾਰ ਜਿਹੜਾ ਹੋ ਰਿਹਾ ਉਸ ਦੇ ਵਿੱਚ ਬਹੁਤ ਸਾਰੇ ਅਜਿਹੇ ਡਿਸੀਜਨ ਨੇ ਜਿਹੜੇ ਆਲਰੇਡੀ ਕੰਮ ਜਿਹੜੀ ਹੈ ਸਰਕਾਰ ਉਸ ਦੇ ਉੱਤੇ ਕਰ ਰਹੀ ਹੈ ਔਰ ਇਸ ਦੇ ਨਾਲ 2022 ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕੰਮ ਕੀਤਾ ਜਾਏਗਾ ਤਾਂ ਕਿ ਸੰਗਠਨ ਪਾਰਟੀ ਦਾ ਕੰਮ ਨਵਜੋਤ ਸਿੰਘ ਸਿੱਧੂ ਕਰਨ ਔਰ ਸਰਕਾਰ ਦੇ ਜਿਹੜੇ ਫੈਸਲੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਲੈ ਸਕਣ। ਔਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸਿੱਧੂ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਲਗਾਤਾਰ ਸੁਰਖੀਆਂ ਬਣਦੀਆਂ ਨੇ ਕਿ ਕੋਈ ਜਿਹੜਾ 36 ਦਾ ਆંકੜਾ ਹੈ ਜਾਂ ਆਪਸੀ ਗੱਲਬਾਤ ਜਿਹੜੀ ਹੈ ਉਹ ਨਹੀਂ ਹੁੰਦੀ। ਤਾਂ ਕੈਪਟਨ ਅਮਰਿੰਦਰ ਸਿੰਘ ਸਾਫ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਗੱਲ ਤੇ ਇਤਰਾਜ਼ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਨਹੀਂ ਹੈ। ਠੀਕ ਹੈ, ਮਤਲਬ ਇਹ ਆਲ ਇਜ਼ ਵੈਲ ਵਾਲੀ ਸਥਿਤੀ ਇਸ ਸਮੇਂ ਕਾਂਗਰਸ ਦੇ ਵਿੱਚ ਸਮਝੀ ਜਾਵੇ ਸੀਐਮ ਦੀ ਇਸ ਵੱਡੀ ਸਟੇਟਮੈਂਟ ਤੋਂ ਬਾਅਦ? ਦੇਖੋ, ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦਾ ਜੋ ਬਿਆਨ ਆਇਆ ਉਸ ਹਿਸਾਬ ਦੇ ਨਾਲ ਤਾਂ ਜ਼ਰੂਰ ਲੱਗ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਹੈ। ਲੇਕਿਨ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹ ਆਉਣ ਵਾਲੇ ਦਿਨਾਂ 'ਚ ਕਿਤੇ ਨਾ ਕਿਤੇ ਜ਼ਰੂਰ ਦਰਸਾਉਣ ਦੀ ਕੋਸ਼ਿਸ਼ ਹੋਏਗੀ ਕਿ ਕੀ ਪਾਰਟੀ ਅਤੇ ਸਰਕਾਰ ਮਿਲ ਕੇ ਕੰਮ ਕਰੇਗੀ ਕਿਉਂਕਿ ਮੁੱਖ ਮੰਤਰੀ ਨੇ ਤਾਂ ਕਹਿ ਦਿੱਤਾ ਕਿ 93% ਜਿਹੜੇ ਕੰਮ ਨੇ ਉਹ ਸਰਕਾਰ ਕਰ ਚੁੱਕੀ ਹੈ ਔਰ 18 ਨੁਕਤਿਆਂ ਦਾ ਵੀ ਜ਼ਿਕਰ ਕਰ ਰਹੀ ਹੈ ਕਿ ਸਰਕਾਰ ਆਲਰੇਡੀ ਉਹਨਾਂ ਦੇ ਉੱਤੇ ਕੰਮ ਕਰ ਰਹੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਸਟੇਟਮੈਂਟ ਦੇ ਰਹੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ 18 ਨੁਕਤਿਆਂ ਤੇ ਕੰਮ ਜਲਦ ਤੋਂ ਜਲਦ ਹੋਣਾ ਚਾਹੀਦਾ। ਪੰਜਾਬ ਦੇ ਉਹ 18 ਮਸਲੇ ਨੇ, ਚਾਹੇ ਬੇਅਦਬੀ ਹੋਵੇ, ਚਾਹੇ ਟਰਾਂਸਪੋਰਟ ਹੋਵੇ, ਚਾਹੇ ਡਰੱਗਸ ਹੋਵੇ, ਚਾਹੇ ਦਲਿਤਾਂ ਦੇ ਮਸਲੇ ਹੋਣ, ਉਹ ਹੱਲ ਕਰਵਾਉਣਾ ਮੇਰਾ ਮਕਸਦ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ 93% ਵਾਅਦਿਆਂ ਦਾ ਜ਼ਿਕਰ ਹੋ ਰਿਹਾ ਕਿ 93% ਵਾਅਦੇ ਪੂਰੇ ਕਰ ਲਏ ਨੇ ਸਰਕਾਰ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਜ਼ਿਕਰ ਕਰਦੇ ਨਜ਼ਰ ਆਏ ਨੇ। ਦਰਅਸਲ ਇੱਕ 18 ਨੁਕਾਤੀ ਪ੍ਰੋਗਰਾਮ ਜਾਂ ਏਜੰਡੇ ਦਾ ਜ਼ਿਕਰ ਬਹੁਤ ਹੋ ਰਿਹਾ ਕਿ 18 ਪੁਆਇੰਟਸ ਨੇ ਜਿਨ੍ਹਾਂ ਨੂੰ 2022 ਦੇ ਇਲੈਕਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਜ਼ਰੂਰ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਜਾਂ ਇਹਨਾਂ ਦੇ ਉੱਤੇ ਕੰਮ ਕਰ ਦਿੱਤਾ ਜਾਵੇ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ 18 ਪੁਆਇੰਟਸ ਨੇ ਜੋ ਸਰਕਾਰ ਦੇ ਸਾਹਮਣੇ रखे गए या मुख्यमंत्री के सामने रखे गए हाईकमान के वालों या जिमें भी ये तैयार होए
ਪਰ ਹੁਣ ਸੀਐਮ ਕਹਿ ਰਹੇ ਨੇ ਕਿ ਇਹਨਾਂ ਨੂੰ ਲੈ ਕੇ ਥੋੜੀ ਕਨਫਿਊਜ਼ਨ ਸੀ, ਕਿਉਂਕਿ ਉਹ ਤਾਂ ਪਹਿਲਾਂ ਹੀ ਜਿਹੜੇ ਇਹ ਸਾਰੇ ਇਸ਼ੂਜ਼ ਨੇ ਜਾਂ ਜਿਹੜੇ 18 ਪੁਆਇੰਟਸ ਕਹੇ ਜਾ ਰਹੇ ਨੇ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਉੱਤੇ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ ਲਾਗੂ ਕੀਤਾ ਗਿਆ ਹੈ ਤੇ ਵਾਅਦਿਆਂ ਦਾ ਜਦੋਂ ਜ਼ਿਕਰ ਹੁੰਦਾ ਤਾਂ 93% ਵਾਅਦੇ ਪੂਰੇ ਕੀਤੇ ਗਏ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੁਨਾਮ। ਸ਼ਹੀਦ ਊਧਮ ਸਿੰਘ ਨੂੰ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲੋਕ ਅਰਪਣ ਵੀ ਕੀਤੀ ਗਈ। 2.61 ਕਰੋੜ ਦੀ ਲਾਗਤ ਦੇ ਨਾਲ ਯਾਦਗਾਰ ਤਿਆਰ ਹੋਈ ਹੈ, ਸੁਨਾਮ ਦੇ ਵਿੱਚ ਬਣਾਈ ਗਈ ਹੈ। ਸੁਨਾਮ ਤੋਂ ਹੀ ਤਾਲੁਕ ਰੱਖਦੇ ਸਨ ਸ਼ਹੀਦ ਊਧਮ ਸਿੰਘ ਤੇ ਉੱਥੇ ਉਹਨਾਂ ਦੀ ਯਾਦਗਾਰ ਬਣਾਈ ਗਈ ਹੈ। ਸੁਨਾਮ ਦਾ ਜ਼ਿਕਰ ਜਾਂ ਕਹੀਏ ਕਿ ਸੁਨਾਮ ਨੂੰ ਜਾਣਿਆ ਵੀ ਸ਼ਹੀਦ ਊਧਮ ਸਿੰਘ ਸੁਨਾਮ ਦੇ ਨਾਮ ਤੋਂ ਹੀ ਜਾਂਦਾ ਹੈ ਇਸ ਪੂਰੇ ਸ਼ਹਿਰ ਨੂੰ। ਤਾਂ ਸੀਐਮ ਨੇ ਊਧਮ ਸਿੰਘ ਦੀ ਸ਼ਹਾਦਤ ਨੂੰ ਲੋਕਾਂ ਦੇ ਸਪੁਰਦ ਵੀ ਕੀਤਾ ਤੇ ਉਹਨਾਂ ਨੂੰ ਯਾਦ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਨੇ। ਕੈਪਟਨ ਸਾਹਿਬ, ਉਹ ਧਰਤੀ ਜਿੱਥੇ ਜਨਮ ਲਿਆ ਸੀ ਸ਼ਹੀਦਾਂ ਨੇ, ਔਰ ਅੱਜ ਬਹੁਤ ਵੱਡਾ ਦਿਨ ਹੈ, ਕਿਸ ਤਰੀਕੇ ਦੇ ਨਾਲ ਅੱਜ ਦੇ ਦਿਨ ਬਾਰੇ ਕਹਿਣਾ ਚਾਹੁੰਦੇ? ਨਹੀਂ, ਇਹ ਤਾਂ ਸਾਰਾ ਜਿੱਥੇ ਸਾਡੇ ਸ਼ਹੀਦ ਹੋਏ ਨੇ, ਚਾਹੇ ਕਿਸੇ ਸੂਬੇ ਵਿੱਚ ਵੀ ਹੋਏ ਨੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਕੁਰਬਾਨੀਆਂ ਦਿੱਤੀਆਂ ਨੇ, ਇਹ ਜਿਹੇ ਯਾਦਗਾਰਾਂ ਸਾਰੇ ਕਿਤੇ ਬਣਨੀਆਂ ਚਾਹੀਦੀਆਂ ਨੇ। ਸ਼ਹੀਦ ਭਗਤ ਸਿੰਘ ਜੀ, ਚਾਹੇ ਹੁਸੈਨੀ ਵਾਲਾ ਹੋਏ, ਚਾਹੇ ਜਲਿਆਂਵਾਲਾ ਬਾਗ ਹੋਏ, ਜਾਂ ਇੱਥੇ ਸ਼ਹੀਦ ਊਧਮ ਸਿੰਘ ਜੀ, ਐਸੇ ਕਈ ਨੇ ਲੋਕ ਜਿਹੜੇ ਅਸੀਂ ਜਾਣਦੇ ਹੀ ਨਹੀਂ। ਜੈਸੇ ਮੈਂ ਕਿਹਾ ਸੀ, ਮੈਂ ਜਦੋਂ ਕਾਲਾ ਪਾਣੀ ਦੀ ਉਹ ਜਿੱਥੇ ਸਜ਼ਾ ਹੁੰਦੀ ਸੀ, ਉਹ ਸੈਲੂਲਰ ਜੇਲ੍ਹ ਵਿੱਚ ਗਿਆ ਸੀ। ਪਤਾ ਨਹੀਂ ਕਿੰਨੇ ਪੰਜਾਬੀਆਂ ਦੇ ਨਾਂ ਸੀ, ਮੈਂ ਨਹੀਂ ਜਾਣਦਾ ਕੌਣ ਸੀ। ਅਸੀਂ ਉਹਨਾਂ ਨੂੰ ਰਿਸਰਚ ਕਰਕੇ ਇੱਕ ਪੰਜਾਬ ਦੇ ਵਿੱਚ ਸਾਰਿਆਂ ਵਾਸਤੇ ਇੱਕ ਯਾਦਗਾਰ ਬਣਾਵਾਂਗੇ, ਜਿਨ੍ਹਾਂ ਅਨਨੋਨ ਕਹਿ ਦੋ ਉਹਨਾਂ ਨੂੰ, ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ। ਅੰਗਰੇਜ਼ਾਂ ਨੇ ਉੱਥੇ ਖਤਮ ਕਰਤਾ ਸੀ ਉਹਨਾਂ ਨੂੰ। ਅਸਥੀਆਂ ਵੀ ਸਮਰਪਿਤ ਕੀਤੀਆਂ ਗਈਆਂ। ਅਸਥੀਆਂ 40 ਸਾਲ ਬਾਅਦ ਆਈਆਂ ਸੀਗੀਆਂ। ਉਹਨਾਂ ਅਸਥੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਜੋਸ਼ ਜਾਗਦਾ ਕਿ ਉਹ ਸ਼ਖਸ ਜਿਨੇ ਇੰਗਲੈਂਡ ਜਾ ਕੇ ਬਦਲਾ ਲਿਆ ਸੀ ਜਲਿਆਂਵਾਲੇ ਬਾਗ ਦਾ। ਨਹੀਂ, ਉਹ ਤਾਂ ਸਾਨੂੰ ਪਤਾ ਕਈ ਚੀਜ਼ਾਂ ਨੇ। ਹੁਣ ਜਿਹੜੀ ਪਿਸਟਲ ਦੇ ਨਾਲ ਗੋਲੀ ਮਾਰੀ ਸੀ, ਉਹ ਸਕਾਟਲੈਂਡ ਯਾਰਡ 'ਚ ਪਈ ਹੈ। ਜਿੱਥੇ ਉਹਨਾਂ ਦੀ ਡਾਇਰੀ ਸੀ, ਉਹਨਾਂ ਦੇ ਉੱਥੇ ਕਿਤੇ ਪਈ ਹੈ। ਤਾਂ ਅਸੀਂ ਟੇਕ ਅਪ ਕਰਾਂਗੇ ਐਕਸਟਰਨਲ ਅਫੇਅਰਸ ਮਿਨਿਸਟਰੀ ਕਿ UK ਹਾਈ ਕਮਿਸ਼ਨ ਗਵਰਨਮੈਂਟ ਨਾਲ ਪੁੱਛਣ ਕਿ ਸਾਨੂੰ ਇਸ ਅਜਾਇਬ ਘਰ ਵਾਸਤੇ ਇਹ ਦੇਣ। ਹੋਰ ਜਿਹੜੀਆਂ ਕੋਈ ਗੱਲਾਂ ਸਾਡੇ ਕੋਲ ਕੋਈ ਮਿਲ ਸਕਦੀਆਂ, ਰਿਸਰਚ ਚੱਲ ਰਹੀ ਹੈ ਇਸ 'ਤੇ। ਜੋ ਡਾਕੂਮੈਂਟ ਆਲਰੇਡੀ ਕਾਫੀ ਕੁਝ ਬੜਾ ਲਾਇਆ ਹੋਇਆ, ਬਟ ਹੋਰ ਜਿਹੜਾ ਕੁਝ ਸਾਨੂੰ ਮਿਲ ਸਕੇ, ਇਸ ਨੂੰ ਇੱਕ ਟੋਟਲ ਹਿਸਟੋਰੀਕਲ ਇਹ ਜੀ ਯਾਦਗਾਰ ਬਣਾਉਣੀ ਹੈ ਅਸੀਂ ਇਹ ਮਿਊਜ਼ੀਅਮ ਨੂੰ, ਤਾਂ ਕਿ ਆ ਕੇ ਸਕਾਲਰ ਵੀ ਉਰੇ ਦੇਖ ਸਕਣ ਔਰ ਆਮ ਜਨਤਾ ਤਾਂ ਦੇਖਦੀ ਹੋਵੇ। ਤਾਂ ਕੈਪਟਨ ਅਮਰਿੰਦਰ ਸਿੰਘ ਨਿਊਜ਼ 18 ਤੋਂ ਹੈ, ਯਾਦ ਕਰ ਰਹੇ ਨੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਨੂੰ ਆਜ਼ਾਦੀ ਦੇ ਗੁਲਾਟੀਆਂ ਨੂੰ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ। ਤਾਂ ਸੁਨਾਮ ਪਹੁੰਚੇ ਹੋਏ ਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਦੋਂ ਵਾਪਸੀ ਚੰਡੀਗੜ੍ਹ ਦੇ ਵੱਲ ਉਹਨਾਂ ਦੇ ਵੱਲੋਂ ਕੀਤੀ ਗਈ ਤਾਂ ਉਸ ਵਿਚਾਲੇ ਘੱਗਰ ਦਰਿਆ ਦਾ ਹਵਾਈ ਦੌਰਾ ਵੀ ਮੁੱਖ ਮੰਤਰੀ ਨੇ ਕੀਤਾ। ਜਿਹਾਂ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ, ਖਬਰਾਂ ਸਾਹਮਣੇ ਆ ਰਹੀਆਂ ਨੇ, ਚਿੰਤਾ ਉਹ ਜ਼ਰੂਰ ਵਧਾ ਰਹੀਆਂ ਨੇ ਤੇ ਇਸ ਵਿਚਾਲੇ ਮੁੱਖ ਮੰਤਰੀ ਦੇ ਵੱਲੋਂ ਉਸ ਪੂਰੇ ਇਲਾਕੇ ਦਾ ਹਵਾਈ ਨਿਰੀਖਣ ਕੀਤਾ ਗਿਆ ਜਿੱਥੇ ਘੱਗਰ ਜਿੱਥੋਂ ਲੰਘਦਾ ਜਾਂ ਫਿਰ ਜਿਹੜੇ ਇਲਾਕੇ ਘੱਗਰ ਦੀ ਲਪੇਟ ਦੇ ਵਿੱਚ ਪਹਿਲਾਂ ਵੀ ਕਈ ਵਾਰ ਆਏ ਨੇ। ਸੀਐਮ ਨੇ ਹਾਲਾਤ ਦਾ ਜਾਇਜ਼ਾ ਲਿਆ ਖੁਦ ਹਵਾਈ ਸਰਵੇਖਣ ਦੇ ਜ਼ਰੀਏ। ਸੀਐਮ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਰਿਪੋਰਟ ਮੰਗੀ ਹੈ। ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੂਰੀ ਰਿਪੋਰਟ ਦੱਸੋ ਕਿ ਮੌਜੂਦਾ ਸਥਿਤੀ ਕੀ ਹੈ। ਤੁਹਾਨੂੰ ਦੱਸ ਦਈਏ ਕਿ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਹੈ। ਇਹ ਜਾਣਕਾਰੀ ਮਿਲ ਰਹੀ ਹੈ ਕਿ 2 ਤੋਂ 3 ਫੁੱਟ ਦਾ ਹੀ ਫਰਕ ਹੈ। ਜੇ ਬਰਸਾਤਾਂ ਇਸ ਤਰੀਕੇ ਨਾਲ ਹੀ ਹਿਮਾਚਲ ਦੇ ਵਿੱਚ ਪਹਾੜੀ ਸੂਬੇ ਦੇ ਵਿੱਚ ਪੈਂਦੀਆਂ ਰਹੀਆਂ ਤਾਂ ਫਿਰ ਘੱਗਰ ਦੇ ਨੇੜੇ ਵਸਦੇ ਲੋਕਾਂ ਦੇ ਲਈ ਦਿੱਕਤਾਂ ਜ਼ਰੂਰ ਖੜੀਆਂ ਹੋ ਸਕਦੀਆਂ ਨੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਗੁਰਪਤਵੰਤ ਸਿੰਘ ਪੰਨੂ ਦੀ। SFJ ਦੇ 6 ਫॉर ਜਸਟਿਸ ਦੇ ਪੰਨੂ ਦੇ ਖਿਲਾਫ FIR ਦਰਜ ਹੋਈ ਹੈ। ਜੀ ਹਾਂ, ਹਿਮਾਚਲ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਸੀ ਪੰਨੂ ਦੇ ਵੱਲੋਂ ਤੇ ਹਿਮਾਚਲ ਪੁਲਿਸ ਨੇ ਫਿਰ UAPA ਐਕਟ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਜੀ ਹਾਂ, 15 ਅਗਸਤ ਨੂੰ ਤਿਰੰਗਾ ਨਾ ਲਹਿਰਾਉਣ ਦੇਣ ਦੀ ਧਮਕੀ ਦਿੱਤੀ ਗਈ ਸੀ। ਆਡੀਓ ਮੈਸੇਜ ਦੇ ਜ਼ਰੀਏ CM ਨੂੰ ਧਮਕਾਇਆ ਗਿਆ ਸੀ। ਹਾਲਾਂਕਿ ਹਿਮਾਚਲ ਦੇ ਮੁੱਖ ਮੰਤਰੀ ਪਹਿਲਾਂ ਹੀ ਕਲੀਅਰ ਕਰ ਚੁੱਕੇ ਨੇ ਕਿ ਉਹ ਡਰਨ ਵਾਲੇ ਨਹੀਂ ਨੇ ਅਜਿਹੀਆਂ ਧਮਕੀਆਂ ਤੋਂ, ਕਿ ਉਹਨਾਂ ਦੇ ਵੱਲੋਂ ਜ਼ਰੂਰ ਤਿਰੰਗਾ ਫਹਿਰਾਇਆ ਜਾਵੇਗਾ। ਤਾਂ ਪੰਨੂ ਇੱਕ ਵਾਰ ਫਿਰ ਸਾਹਮਣੇ ਆ ਗਿਆ, ਉਹੀ ਆਪਣੇ ਪੁਰਾਣੇ ਸਟਾਈਲ ਦੇ ਨਾਲ ਧਮਕੀਆਂ ਵਾਲੀਆਂ ਆਡੀਓ ਮੈਸੇਜ ਵੀਡੀਓ ਮੈਸੇਜ ਲੈ ਕੇ। ਤੇ ਤੁਹਾਨੂੰ ਦੱਸ ਦਈਏ ਕਿ ਹੁਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹਿ ਰਿਹਾ ਕਿ ਉਹਨਾਂ ਨੂੰ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ ਤੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ UAPA ਦੇ ਤਹਿਤ ਪੰਨੂ ਦੇ ਖਿਲਾਫ। रुक करते हैं साढ़े सहयोगी इस समय फोन लाइन पे नहीं, गुलवंत ठाकुर, उन्होंने रुक करते हैं। गुलवंत, क्या कुछ आपके पास जानकारी है? ये
जो FIR दर्ज की गई है उसको लेकर? देखिए, पिछले कल जो एक ऑडियो क्लिप खालिस्तानी का आतंकवादियों का जारी हुआ था, जिसमें मुख्यमंत्री जयराम ठाकुर को 15 अगस्त के दिन झंडा ना फहराने देने की चेतावनी दी थी, उसको लेकर आज हिमाचल प्रदेश मामला दिया गया है। 153 और IT एक्ट 66 के तहत दर्ज किया गया है और इस मामले के तहत ठीक है गुलवंत, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਸ਼ੁਕਰੀਆ ਤੁਹਾਡਾ, ਧੰਨਵਾਦ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਪਰਚਾ ਦਰਜ ਕੀਤਾ ਗਿਆ UAPA ਦੇ ਤਹਿਤ ਪਰਚਾ ਦਰਜ ਕੀਤਾ ਗਿਆ ਪੰਨੂ ਦੇ ਖਿਲਾਫ। ਸ਼ੁਕਰੀਆ ਗੁਲਵੰਤ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਵਿਜੇ ਸੰਪਲਾ ਦੀ। ਵਿਜੇ ਸੰਪਲਾ ਦਾ ਵਿਰੋਧ ਕਰਨ ਵਾਲਿਆਂ ਦੇ ਉੱਤੇ, ਕਿਸਾਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ। ਸਿਰਸਾ 'ਚ ਕਿਸਾਨਾਂ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਹੈ। ਦਰਅਸਲ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸੀ ਵਿਜੇ ਸੰਪਲਾ ਤੇ ਇਸ ਵਿਚਾਲੇ ਕਿਸਾਨਾਂ ਨੂੰ ਇਤਲਾਹ ਮਿਲਦੀ ਹੈ ਕਿ ਵਿਜੇ ਸੰਪਲਾ ਪਹੁੰਚ ਰਹੇ ਨੇ ਤੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ। ਕਿਸਾਨਾਂ ਦੇ ਵਿਰੋਧ ਦੇ ਵਿਚਾਲੇ ਵਿਜੇ ਸੰਪਲਾ ਜਿਹੜੇ ਦਾਦੂਵਾਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸੀ, ਇਹ ਮੁਲਾਕਾਤ ਵੀ ਨਹੀਂ ਹੋ ਸਕੀ ਹੈ ਤੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਵਿਜੇ ਸੰਪਲਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਰਾਹ ਰੋਕ ਕੇ ਅਪਰਾਧ ਕੀਤਾ ਹੈ। ਦਾਦੂਵਾਲ ਦੇ ਨਾਲ ਕੋਈ ਉਹ ਸਿਆਸੀ ਮੁਲਾਕਾਤ ਨਹੀਂ ਕਰਨ ਪਹੁੰਚੇ ਸੀ, ਬਲਕਿ ਇਹ ਧਾਰਮਿਕ ਮੁਲਾਕਾਤ ਹੋਣੀ ਸੀ। ਤੇ ਵਿਜੇ ਸੰਪਲਾ ਨੇ ਇਹ ਵੀ ਕਿਹਾ ਕਿ ਉਹ ਬਤੌਰ SC ਕਮਿਸ਼ਨ ਦੇ ਚੇਅਰਮੈਨ ਇੱਥੇ ਪਹੁੰਚੇ ਸਨ ਤੇ ਮੁਲਾਕਾਤ ਕਰਨਾ ਚਾਹੁੰਦੇ ਸੀ। राजनीतिक दृष्टि से नहीं होता। कमीशन अनुसूचित जाति के लोगों की समस्याओं के समाधान के लिए और उसमें किसानों की समस्या कहीं हमारे बीच में नहीं आती और हमारा कमीशन का कोई भी उन समस्याओं से कोई लेन देन नहीं रहता है। अलबत्ता किसी भी तरह से हमारा रास्ता रोकना गैर संवैधानिक है और इसके लिए उनको समझ होनी चाहिए थी, इसलिए मेरा रास्ता रोका गया, ये गलत है। सो इसलिए हमने ये कहा है कि अगर हमें जाने से रोकना है तो इसके लिए SC कमीशन का रास्ता रोकना ये भी एक अपराध है और उस अपराध में रास्ते में अवरोध खड़े करना, जाने ना देना, सरकारी काम में विघ्न डालना और अनुसूचित जाति जो है तो इसलिए अनुसूचित जाति के साथ अन्याय करना और उसका रास्ता रोकना ये भी SC एक्ट में अभी आता है। इसमें कोई तो इसलिए मैं वही बता रहा हूँ, इसलिए हमने SP साहब से कहा कि अगर हमारा रास्ता रोकते हैं, नहीं समझने से समझाते, क्योंकि हमारा काम कहीं बराबर पे वैसा ही अगर उस तरह का नज़रिया हमारा नहीं होना चाहिए। हम एक कमीशन हैं और कमीशन के नाते हमारा एक जो रोल है वो होना चाहिए, ना कि उनकी तरह ही हम भी झगड़े पे उतारू हो, ये हमारा एक कर्तव्य नहीं है। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਹੈ ਕਿਸਾਨੀ ਮੁੱਦੇ ਨੂੰ ਲੈ ਕੇ। ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੇ ਲਈ ਇਹ ਵਫਦ ਪਹੁੰਚਿਆ, ਜਿਸ ਦੇ ਵਿੱਚ ਕਰੀਬ 7 ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਵਫਦ ਦੇ ਵਿੱਚ BSP, NCP, JKNC ਦੇ ਮੈਂਬਰ ਵੀ ਸ਼ਾਮਲ ਸੀ। ਕਿਸਾਨੀ ਮੁੱਦਿਆਂ ਦੇ ਉੱਤੇ ਰਾਸ਼ਟਰਪਤੀ ਨੂੰ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਕਿਸਾਨੀ ਮੁੱਦੇ ਉੱਤੇ ਇਸ ਸਮੇਂ ਪੂਰੇ ਦੇਸ਼ ਦੇ ਵਿੱਚ, ਖਾਸ ਤੌਰ ਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਅੰਦੋਲਨ ਪਿਛਲੇ ਲੰਬੇ ਵੇਲੇ ਤੋਂ ਜਾਰੀ ਹੈ ਤੇ ਸੰਸਦ ਦੇ ਅੰਦਰ ਵੀ ਲਗਾਤਾਰ ਹੰਗਾਮਾ ਹੋ ਰਿਹਾ। ਪਾਰਲੀਮੈਂਟ ਦਾ ਮੌਨਸੂਨ ਇਜਲਾਸ ਜਾਰੀ ਹੈ ਤੇ ਇਸ ਵਿਚਾਲੇ ਰੋਜ਼ਾਨਾ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। आज हमने राष्ट्रपति जी को ये बताने के लिए इधर पहुंचे हैं कि जितनी डेमोक्रेसी और डेमोक्रेटिक परंपराओं को जितना डेंजर आज की डेट में दिख रहा है कि संसद के बाहर लोगों की आवाज कुचली जा रही है, जैसे आप देख रहे हो किसानों के साथ पिछले साल भर से क्या हो रहा है, और अब संसद के अंदर लोगों के चुने हुए नुमाइंदों की आवाज भी कुचली जा रही है। तो ये डेमोक्रेसी का एक बहुत बड़ा नुकसान है और डेमोक्रेटिक इंस्टीट्यूशन का भी एक बहुत बड़ा नुकसान है। और एज कस्टोडियन ऑफ द कंट्री, कॉन्शियस कीपर ऑफ द नेशन, हम आपको अपील करते हैं कि इस सरकार पे दबाव पाया जाए कि लोगों के मुद्दे, विपक्षी पार्टियों के मुद्दे को एडमिट करके ये संसद चले। किसान अपनी
जाने गंवा रहे हैं, किसान की क्यों नहीं सुन रही है। तो इसलिए हमने राष्ट्रपति जी को अपील किया कि आप सरकार पे दबाव पाइए कि एक जॉइंट सेलेक्ट कमेटी आप बना दीजिए राज्यसभा लोकसभा के एमपीज पे। जो सरकार फेल हो चुकी है किसान के मुद्दे को सुलझाने में, तो एमपीज को बीच में डालिए। जब 500 किसान मर चुके हैं तो 2024 तक कितने और हजार हम मारना चाहते हैं? सरकार कितने हजार किसान मारना चाहती है? तो आप नहीं संभाल पा रहे मुद्दे को, एक सेलेक्ट कमेटी बनाइए और हमको बीच में डालिए ताकि हम इस मुद्दे को संभाले, ये काले कानून वापस किए जाए। दूसरी बात हमने ये मांग करी है कि कम से कम जो किसान जिनके परिवार मर गए हैं वो आपको मिलकर अपना दुखड़ा सुनाना चाहते हैं, क्योंकि सरकार कहती कोई मरा ही नहीं है इस आंदोलन करके। आप जरा उनसे, अगर पार्लियामेंट में बहस नहीं होगी तो वो और कहाँ होगी बहस। तो हमने उनसे गुजारिश की कि वो अपना जो इंटरवीन करें ताकि पार्लियामेंट चले और पार्लियामेंट में जो महत्वपूर्ण जो हमारे मुद्दे हैं उन पर बहस हो, खुलकर बहस हो, हर एक अपना अपना जो व्यू पॉइंट है मौक़िफ़ है वो वहाँ पेश करे। तो पार्लियामेंट न चलने का सबसे ज्यादा नुकसान देश की जनता को। आज सब तो जो मेन इशू था वो था प्रेसिडेंट को ये कहना कि 15 दिन से पार्लियामेंट चल नहीं रही। हम चाहते हैं कि पार्लियामेंट चले और उसमें जो देश का सबसे बड़ा इशू है किसानों का, उस इशू को डिस्कस किया जाए और उसका कोई हल निकाला जाए। दूसरा हम कहा है कि 500 के करीब किसान शहीद हो गए हैं। एक महीने 1 साल से तकरीबन ये मोर्चा चल रहा है, एक भी शहीद मानने को तैयार नहीं कहते, हमें तो पता ही कोई नहीं। इसके लिए कमेटी बनाए जो लोकसभा और राज्यसभा की हो, जो इसकी पड़ताल करके सरकार को रिपोर्ट करे और उनकी आंखें खोले कि जितने लोग शहीद हो गए कितने के लोग और मारना चाहते हैं। इसके लिए हमने आज बोला और राष्ट्रपति जी ने कहा कि हाँ हम कोशिश करेंगे, जो मैं कर सकता हूं मैं करांगा। ਹੁਣ ਅੱਗੇ ਵਧਦੇ ਹਾਂ ਤੇ ਗੱਲ ਸਕੂਲਾਂ ਦੀ ਹੋਏਗੀ। ਪੰਜਾਬ ਦੇ ਵਿੱਚ 2 ਅਗਸਤ ਤੋਂ ਸਕੂਲ ਖੋਲਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਬੇ ਦੇ ਗ੍ਰਹਿ ਵਿਭਾਗ ਦੇ ਵੱਲੋਂ ਸਾਰੇ ਸਕੂਲ ਖੋਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ, ਯਾਨੀ ਕਿ ਪ੍ਰਾਇਮਰੀ ਸਕੂਲ ਵੀ 2 ਅਗਸਤ ਤੋਂ ਖੋਲੇ ਜਾ ਸਕਦੇ ਨੇ। ਹਾਲਾਂਕਿ ਸਿੱਖਿਆ ਵਿਭਾਗ ਦਾ ਫੈਸਲਾ ਆਉਣਾ ਅਜੇ ਬਾਕੀ ਹੈ। ਸੂਬੇ 'ਚ ਕੋਰੋਨਾ ਮਾਮਲਿਆਂ 'ਚ ਗਿਰਾਵਟ ਨੂੰ ਦੇਖਦਿਆਂ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੋਮਵਾਰ ਤੋਂ ਸਾਰੇ ਸਕੂਲ ਖੋਲੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨੂੰ ਲੈ ਕੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਅਜੇ ਸਿੱਖਿਆ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਅੰਤਿਮ ਫੈਸਲਾ ਲੈਣਾ ਬਾਕੀ ਹੈ। ਜੇ ਸਿੱਖਿਆ ਵਿਭਾਗ ਦੀ ਪ੍ਰਵਾਨਗੀ ਮਿਲਦੀ ਹੈ ਤਾਂ ਸੋਮਵਾਰ ਤੋਂ ਸਾਰੀਆਂ ਕਲਾਸਾਂ ਲੱਗਣਗੀਆਂ। ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਕਲਾਸਾਂ ਦੇ ਬੱਚੇ ਸਕੂਲ ਜਾ ਸਕਣਗੇ। ਹਾਲਾਂਕਿ ਇਸ ਦੌਰਾਨ ਕੋਰੋਨਾ ਨਿਯਮਾਂ ਦੇ ਵਿੱਚ ਕੋਈ ਢਿੱਲ ਨਾ ਵਰਤਣ ਦੇ ਨਿਰਦੇਸ਼ ਦਿੱਤੇ ਗਏ ਨੇ। ਸੈਨੀਟਾਈਜ਼ਰ ਦੀ ਵਰਤੋਂ ਅਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਵੀ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਸਕੂਲ ਸਿਰਫ ਵੱਡੀਆਂ ਕਲਾਸਾਂ ਲਈ ਹੀ ਖੁੱਲ੍ਹੇ ਸਨ। 10ਵੀਂ, 11ਵੀਂ ਅਤੇ 12ਵੀਂ ਦੇ ਸਟੂਡੈਂਟ ਹੀ ਸਕੂਲ ਜਾ ਰਹੇ ਸਨ। ਫਿਲਹਾਲ ਕਰੀਬ 1.5 ਸਾਲ ਤੋਂ ਸਕੂਲ ਬੰਦ ਪਏ ਨੇ। ਬੈਟਰ ਵੇ ਨਾਲ ਅਸੀਂ ਬਿਲਕੁਲ ਵੀ ਨਹੀਂ ਪੜ੍ਹ ਪਾਏ ਹਾਂ। ਆਨਲਾਈਨ ਕਲਾਸਿਸ ਦੇ ਵਿੱਚ ਟੀਚਰਸ ਸਾਨੂੰ ਪੜ੍ਹਾਉਂਦੇ ਸੀਗੇ, ਬਟ ਸਾਡਾ ਨਾ ਸਿਲੇਬਸ ਸਹੀ ਤਰ੍ਹਾਂ ਕਵਰ ਹੋ ਪਾ ਰਿਹਾ ਸੀ ਕਿਉਂਕਿ ਨੈਟਵਰਕ ਇਸ਼ੂਜ਼ ਬਹੁਤ ਸਾਰੇ ਸੀਗੇ। ਤੇ ਅਸੀਂ ਜੇ ਸਕੂਲ ਖੁੱਲ੍ਹਣ ਜਾ ਰਹੇ ਹਾਂ ਤਾਂ ਉਹਦੇ ਵਿੱਚ ਆਪਣਾ ਇੱਕ ਮਜ਼ਾ ਹੁੰਦਾ ਹੈ। ਅਸੀਂ ਆਪਣੇ ਦੋਸਤਾਂ ਨਾਲ ਬੈਠਦੇ ਹਾਂ, ਟੀਚਰ ਸਾਨੂੰ ਸਪੋਰਟ ਕਰਦੇ ਆ, ਸਾਨੂੰ ਪੜ੍ਹਾਉਂਦੇ ਆ, ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਸਾਨੂੰ ਇਫੈਕਟ ਕਰਦਾ ਹੈ। ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਪਿਆ ਕਿ ਜਿਹੜੇ ਪ੍ਰੈਜ਼ੈਂਟ ਦੇ ਸਟੂਡੈਂਟਸ ਆ ਉਹਨਾਂ ਨੂੰ ਇਹ ਫਿਲਹਾਲ ਲਈ ਮੌਕਾ ਮਿਲਦਾ ਪਿਆ ਕਿ ਸਾਡੀ ਕਲਾਸ ਦੇ ਵਿੱਚ ਸਾਨੂੰ ਜ਼ਿਆਦਾਤਰ ਅਸੀਂ ਆਨਲਾਈਨ ਹੀ ਪੜ੍ਹੇ ਹਾਂ, ਜਿਹਦੇ ਨਾਲ ਸਾਡੀ ਕੰਸੈਂਟਰੇਸ਼ਨ ਉਨੀ ਜ਼ਿਆਦਾ ਨਹੀਂ ਬਣ ਪਾਉਂਦੀ ਸੀ। ਨਾਲੇ ਸਾਡਾ ਸਕਰੀਨ ਟਾਈਮ ਜ਼ਿਆਦਾ ਹੋਣ ਦੇ ਨਾਲ ਸਾਡੀ ਆਈਜ਼ 'ਤੇ ਵੀ ਕਾਫੀ ਇਫੈਕਟ ਪਿਆ। ਜਿਵੇਂ ਆਪਾਂ ਆਨਲਾਈਨ ਕਲਾਸਿਸ ਲਗਾਉਂਦੇ ਹਾਂ ਉਹਦੇ ਵਿੱਚ ਕੁਝ ਸਮਝ ਤਾਂ ਆਉਂਦਾ ਨਹੀਂ, ਕੋਸ਼ਿਸ਼ ਕਰਦੇ ਹਾਂ ਸਮਝ ਪਾਈਏ ਪਰ ਵਧੀਆ ਤਰ੍ਹਾਂ ਸਮਝ ਨਹੀਂ ਆਉਂਦਾ। ਜਿਵੇਂ ਆਪਾਂ ਉੱਥੇ ਬੈਠੇ ਹੁੰਦੇ ਆਂਗੇ, ਕਲਾਸ ਵਿੱਚ ਹੁੰਦੇ ਹਾਂ, ਕੋਈ ਡਾਊਟ ਹੁੰਦਾ ਤਾਂ ਪੁੱਛ ਵੀ ਸਕਦੇ ਹਾਂ। ਤਾਂ ਮੈਨੂੰ ਖੁਸ਼ੀ ਹੈਗਾ ਕਿ ਆਪਣੇ ਸਕੂਲ ਖੁੱਲ ਰਹੇ ਨੇਗੇ। ਜਿਸ ਤੱਕ ਬੱਚਿਆਂ ਦੀ ਪੜ੍ਹਾਈ ਜਿਹੜੀ ਰੈਗੂਲਰ ਆ ਉਹ ਵਧੀਆ ਹੋਵੇ, ਬੱਚੇ ਚੰਗੇ ਪੜ੍ਹਨ, ਚੰਗੀਆਂ ਡਿਗਰੀਆਂ ਲੈਣ, ਚੰਗੇ ਅਹੁਦਿਆਂ 'ਤੇ ਪਹੁੰਚਣਗੇ। ਅਤੇ ਜੇ ਆਪਾਂ ਸਕੂਲ ਨਹੀਂ ਖੁੱਲ੍ਹਦੇ ਸੀ ਉਹਦੇ ਵਿੱਚ ਬੱਚੇ ਘਰ ਪੜ੍ਹਦੇ ਤਾਂ ਸੀ, ਪਰ ਉਹ ਜਿਹੜੀ ਪੜ੍ਹਾਈ ਉਹ ਘਰ ਦੇ ਕਈ ਰੁਝੇਵੇਂ ਹੁੰਦੇ ਆ, ਘਰ ਦੇ 100 ਕੰਮ ਹੁੰਦੇ ਬੱਚਿਆਂ ਨੂੰ ਕਰਨੇ ਪੈਂਦੇ, ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜੇ ਸਕੂਲ ਵਿੱਚ ਰੈਗੂਲਰ ਹੋਣਗੇ, ਟੀਚਰਾਂ ਵੀ ਖਿਆਲ ਦੇਣਗੀਆਂ, ਟਿਊਸ਼ਨ ਵੀ ਜਿਹੜੀ ਉਹਨਾਂ ਦੀ ਪੜ੍ਹਾਈ ਹੈ ਉਹ ਵਧੀਆ ਹੋਊਗੀ। ਹਾਲਾਂਕਿ ਜ਼ਿਆਦਾਤਰ ਮਾਪੇ ਅਜੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਸੰਕੋਚ ਕਰ ਰਹੇ ਨੇ। ਉਧਰ ਬੱਚੇ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਵੈਕਸੀਨ ਨਹੀਂ ਦਿੱਤੀ ਗਈ ਤਾਂ ਸਕੂਲ ਕਿਉਂ ਸੱਦਿਆ ਜਾ ਰਿਹਾ ਹੈ। ਸਰਕਾਰ ਨੂੰ ਸਕੂਲ ਖੋਲ੍ਹਣੇ ਚਾਹੀਦੇ ਨਹੀਂ। ਕਿਉਂ ਨਹੀਂ ਖੋਲ੍ਹਣੇ? ਕਿਉਂਕਿ ਵੱਡਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ ਤੇ ਸਾਨੂੰ ਵੈਕਸੀਨ ਨਹੀਂ ਲੱਗੀ। ਅਸੀਂ ਸਕੂਲ ਤੇ ਪੈਨਸਿਲ, ਬੁੱਕਸ ਕੁਝ ਵੀ ਸ਼ੇਅਰ ਕਰਨਾ ਹੁੰਦਾ ਤੇ ਅਗਰ ਕਿਸੇ ਨੇ ਵੀ ਆਪਣੇ ਮੀਨਸ ਚੈੱਕ ਕਰਵਾਇਆ ਕਰੋਨਾ, ਅਗਰ ਕਿਸੇ ਨੂੰ ਪੋਜ਼ਿਟਿਵ ਆ ਗਿਆ ਤਾਂ ਫਿਰ ਸਾਡਾ ਕੀ ਬਣੇਗਾ? ਕਰੋਨਾ ਦੀ ਤੀਜੀ ਲਹਿਰ ਆਈ ਹੈ, ਸਕੂਲ ਨਹੀਂ ਖੋਲ੍ਹਣੇ ਚਾਹੀਦੇ। ਕਿਉਂ? ਕਿਉਂਕਿ ਬੱਚਿਆਂ ਨੂੰ ਜ਼ਿਆਦਾ ਹੋ ਸਕਦਾ ਕਰੋਨਾ ਦੀ ਤੀਜੀ ਲਹਿਰ ਨਾਲ ਕਰੋਨਾ, ਕਿਉਂਕਿ ਨਾਲੇ ਟੀਕੇ ਵੀ ਨਹੀਂ ਲੱਗਦੇ ਕਰੋਨਾ ਦੇ।
ਸਕੂਲ ਇਸੀलिए ਖੁੱਲ੍ਹਣੇ ਚਾਹੀਦੇ ਆ ਕਿ ਬੱਚੇ ਘਰ ਬਿਲਕੁਲ ਨਹੀਂ ਪੜ੍ਹਦੇ। ਜਿਹੜੇ ਆਨਲਾਈਨ ਕਲਾਸਿਸ ਵੀ ਆਉਂਦੇ ਆ ਕਰਵਾਉਂਦੇ ਆ ਬੱਚੇ ਚੀਟਿੰਗ ਕਰਕੇ ਵੀ ਕਰਦੇ ਆ ਸਾਰਾ ਕੁਝ ਕੰਮ ਵਗੈਰਾ ਔਰ ਕੋਈ ਗੱਲ ਨਹੀਂ ਮੰਨਦੇ, ਸਾਰੀ ਦਿਹਾੜੀ ਮੋਬਾਈਲ 'ਚ ਰਹਿੰਦੇ ਆ। ਇਸ ਕਰਕੇ ਸਕੂਲ ਖੁੱਲ੍ਹਣੇ ਚਾਹੀਦੇ ਆ। ਦੱਸ ਦਈਏ ਕਿ ਪਹਿਲਾਂ ਵੀ ਵੱਡੀਆਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਆਉਣਾ ਲਾਜ਼ਮੀ ਨਹੀਂ ਕੀਤਾ ਗਿਆ ਸੀ। ਸਕੂਲ ਖੋਲ੍ਹਣ ਦੇ ਨਾਲ-ਨਾਲ ਆਨਲਾਈਨ ਕਲਾਸਾਂ ਵੀ ਜਾਰੀ ਨੇ। ਸਿਰਫ ਉਹੀ ਬੱਚੇ ਜਾ ਰਹੇ ਨੇ ਜਿਨ੍ਹਾਂ ਦੇ ਮਾਪੇ ਰਜ਼ਾਮੰਦ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁਕਤਸਰ ਦੇ ਛੋਟੇ ਜਿਹੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਦੀ, ਜਿਸ ਨੇ ਟੋਕੀਓ 올림픽ਸ ਦੇ ਵਿੱਚ ਇਤਿਹਾਸ ਰਚਿਆ। ਡਿਸਕਸ ਥਰੋ ਦੇ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ। ਟੋਕੀਓ 'ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹੁਣ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ 올림픽ਸ ਦੇ ਡਿਸਕਸ ਥਰੋ ਇਵੈਂਟ 'ਚ ਇਤਿਹਾਸ ਰਚਦੇ ਹੋਏ ਫਾਈਨਲ 'ਚ ਐਂਟਰੀ ਕਰ ਲਈ ਹੈ। ਕਮਲਪ੍ਰੀਤ ਕੌਰ ਹੁਣ ਗਰੁੱਪ B ਦੇ ਕੁਆਲੀਫਿਕੇਸ਼ਨ ਰਾਊਂਡ 'ਚ ਆਪਣੀ ਤੀਜੀ ਕੋਸ਼ਿਸ਼ 'ਚ 64 ਮੀਟਰ ਸਕੋਰ ਕਰਕੇ ਇਸ ਇਵੈਂਟ 'ਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ। ਕਮਲਪ੍ਰੀਤ ਦੀ ਇਸ ਜਿੱਤ ਤੋਂ ਜਿੱਥੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਹਰਸਿਮਰਤ ਕੌਰ ਬਾਦਲ ਨੇ ਕਮਲ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ ਅਤੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇ OSD ਪਰਿਵਾਰ ਦਾ ਮੂੰਹ ਮਿੱਠਾ ਕਰਵਾਉਣ ਪਹੁੰਚੇ, ਜਿਨ੍ਹਾਂ ਪਰਿਵਾਰ ਨਾਲ ਮਿਲ ਕੇ ਕਮਲਪ੍ਰੀਤ ਦੀ ਫਾਈਨਲ 'ਚ ਜਿੱਤ ਦੀ ਅਰਦਾਸ ਕੀਤੀ। ਉਧਰ ਖੁਸ਼ੀ ਨਾਲ ਫੁੱਲੇ ਨਾ ਸਮਾ ਰਹੇ ਕਮਲ ਦੇ ਮਾਤਾ-ਪਿਤਾ ਅਤੇ ਬਜ਼ੁਰਗ ਦਾਦੀ ਨੇ ਦੱਸਿਆ ਕਿ ਕਮਲ ਨਾਲ ਉਹਨਾਂ ਦੀ ਗੱਲ ਹੋਈ ਹੈ ਅਤੇ ਉਹਨਾਂ ਆਪਣੀ ਧੀ ਨੂੰ ਸ਼ਾਬਾਸ਼ੀ ਦੇ ਨਾਲ ਫਾਈਨਲ ਦੇ ਲਈ ਹੌਸਲਾ ਦਿੱਤਾ ਹੈ। ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਹੈ। ਬੇਟੀ ਨੇ 올림픽 ਦੇ ਵਿੱਚ ਜਿਹੜਾ ਕੁਆਲੀਫਾਈ ਰਾਊਂਡ ਸੀਗਾ ਉਹਦੇ 'ਚ ਮਤਲਬ ਕਿ ਵਧੀਆ ਥਰੋ ਲਾ ਕੇ ਕੁਆਲੀਫਾਈ ਕਰ ਗਏ। ਹੁਣ 2 ਤਰੀਕ ਨੂੰ ਗੇਮਾਂ ਹੋਣਗੀਆਂ। ਅਰਦਾਸ ਕਰਦੇ ਅਕਾਲ ਪੁਰਖ ਦੇ ਚਰਨਾਂ 'ਚ ਕਿ ਬੇਟੀ ਮੈਡਲ ਲੈ ਕੇ ਆਵੇ, ਦੇਸ਼ ਦਾ ਨਾਮ ਰੋਸ਼ਨ ਕਰੇ। ਸਾਨੂੰ ਬਹੁਤ ਅੱਛਾ ਲੱਗ ਰਿਹਾ ਕਿ ਸਾਰੇ ਭੈਣ ਭਰਾਵਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਤੇ ਸਾਡੀ ਬੇਟੀ ਦਾ ਮਾਣ ਸਤਿਕਾਰ ਵਧਿਆ, ਤੇ ਸਾਨੂੰ ਬਹੁਤ ਖੁਸ਼ੀ ਹੈ। ਬਹੁਤ ਮੁਸ਼ਕਲਾਂ ਆਉਂਦੀਆਂ ਰਹੀਆਂ ਪਰ ਬੇਟੀ ਨੇ ਸਾਡੇ ਤੱਕ ਆਪਣੀਆਂ ਮੁਸ਼ਕਲਾਂ ਪਹੁੰਚਣ ਨਹੀਂ ਦਿੱਤੀਆਂ। ਉਹਨੇ ਕਿਹਾ ਸੀ ਕਿ ਮੈਂ ਸਾਰਾ ਕੁਝ ਆਪਣੇ ਆਪ ਹੀ ਕਰੂੰਗੀ, ਵੀ ਤੁਸੀਂ ਤਾਂ ਮਹਾਰਾਜ ਅੱਗੇ ਅਰਦਾਸ ਹੀ ਕਰਨੀ ਹੈ ਵੀ ਪਰਮਾਤਮਾ ਦੇ ਨਾਲ ਸਹਾਈ ਰਵੇ ਹਰ ਵਕਤ। ਤੋਂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਬੇਟੀ ਤੇ। ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ 'ਚ ਮੈਡਲ ਜਿੱਤਣ ਲਈ ਉਤਰੇਗੀ। ਜੇਕਰ ਇਸ 'ਚ ਕਾਮਯਾਬ ਹੋ ਜਾਂਦੀ ਹੈ ਤਾਂ 올림픽ਸ 'ਚ ਐਥਲੈਟਿਕਸ 'ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਜਾਵੇਗੀ। ਪੰਜਾਬ ਦੇ ਨਾਲ ਪੂਰਾ ਦੇਸ਼ ਇਸ ਵੇਲੇ ਕਮਲ ਨੂੰ ਕਹਿ ਰਿਹਾ ਹੈ ਆਲ ਦ ਬੈਸਟ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਇੱਕ ਦੇਸ਼ ਦੇ ਲਈ ਚੰਗੀ ਖਬਰ ਆਈ ਕਿ ਕਮਲਪ੍ਰੀਤ ਕੌਰ ਨੇ ਫਾਈਨਲ 'ਚ ਥਾਂ ਪੱਕੀ ਕਰ ਲਈ ਹੈ, ਪਰ ਦੂਜੇ ਪਾਸੇ ਬੈਡਮਿੰਟਨ 'ਚ PV ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹ ਬ੍ਰਾਊਨਜ਼ ਮੈਡਲ ਦੀ ਉਮੀਦ ਹੁਣ ਵੀ ਬਰਕਰਾਰ ਹੈ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।